ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਦੀ ਅਪਾਰ ਰਹਿਮਤ ਸਦਕਾ ਪਿਛਲੇ 4 ਹਫ਼ਤਿਆਂ ਦੇ ਵਿੱਚ ਵਿਸਾਖੀ ਨਾਲ ਸੰਬੰਧਿਤ ਵਿਚਾਰਾਂ ਹੋਈਆਂ ਸੀ ਤੇ ਹਰ ਵਿਚਾਰ ਦੇ ਅੰਤ ਦੇ ਵਿੱਚ ਇੱਕ ਬੇਨਤੀ ਕੀਤੀ ਸੀ ਕਿ ਜਦੋਂ ਅਸੀਂ ਗੁਰੂ ਘਰ ਅਰਦਾਸ ਕਰਦੇ ਹਾਂ, ਜਿੰਨੀਆਂ ਵੀ ਅਰਦਾਸਾਂ ਹੁੰਦੀਆਂ ਸਾਡੀਆਂ, ਜਿੰਨੀਆਂ ਵੀ ਮਨ ਦੀਆਂ ਮੁਰਾਦਾਂ ਹੁੰਦੀਆਂ, ਉਹਦੇ ਵਿੱਚ ਇੱਕ ਬੇਨਤੀ ਨੂੰ ਅਸੀਂ ਐਡ ਕਰਨਾ ਆ ਕਿ ਗੁਰੂ ਪਾਤਸ਼ਾਹ ਸਾਡੇ ਤੇ ਕਰਿਓ ਕਿ ਇੱਕ ਦਿਨ ਇਸ ਤਰ੍ਹਾਂ ਆਏ ਅਸੀਂ ਤੁਹਾਡੇ ਦੁਆਰਾ ਦਿੱਤੀ ਹੋਈ ਖੰਡੇ ਦੀ ਪਹੁਲ ਅੰਮ੍ਰਿਤ ਨੂੰ ਛਕ ਸਕੀਏ। ਇਹ ਅਰਦਾਸ ਸਾਰਿਆਂ ਅੱਗੇ ਫਿਰ ਬੇਨਤੀ ਆ ਜੀ, ਆਪਣੀ ਮਨ ਦੀਆਂ ਮੁਰਾਦਾਂ ਦੇ ਵਿੱਚ ਅਸੀਂ ਵਸਾਉਣੀ ਆ ਤੇ ਗੁਰੂ ਪਾਤਸ਼ਾਹ ਦੀ ਇੱਕ ਨਾ ਇੱਕ ਦਿਨ ਬਖਸ਼ਿਸ਼ ਹੋਏਗੀ। ਤੇ ਅੱਜ ਅਰਦਾਸ ਨਾਲ ਸੰਬੰਧਿਤ ਜਿਹੜੀ ਪੰਥਕ ਅਰਦਾਸ, ਕੋਈ ਵੀ ਦੀਵਾਨ ਸਜੇ, ਖਾਲਸਾ ਪੰਥ ਸਮੁੱਚੀ ਸੰਗਤ ਅਸੀਂ ਉਹਦੀ ਜਿਹੜੀ ਭੋਗ ਤੋਂ ਬਾਅਦ ਅਰਦਾਸ ਕਰਦੇ ਹਾਂ, ਜਿਸ ਨੂੰ ਪੰਥਕ ਅਰਦਾਸ ਕਿਹਾ ਜਾਂਦਾ ਆ। ਆਉਣ ਵਾਲੇ 10 ਹਫ਼ਤੇ, ਅੱਜ ਦਾ ਹਫ਼ਤਾ, ਟੋਟਲ ਜਿਹੜੇ ਹੋਣਗੇ 11 ਲੈਕਚਰ ਉਸ ਉੱਪਰ ਆਪ ਜੀ ਦੇ ਨਾਲ ਸਾਂਝੇ ਕੀਤੇ ਜਾਣਗੇ। ਤੇ ਇਸ ਪ੍ਰਤੀ ਆਪ ਜੀ ਦੇ ਮਨ ਦੇ ਵਿੱਚ ਕੋਈ ਵੀ ਸਵਾਲ ਆਏ ਤੇ ਜਦੋਂ ਗੁਰੂ ਘਰ ਦੇ ਦੀਵਾਨ ਦੀ ਸਮਾਪਤੀ ਹੁੰਦੀ ਹੈ ਉਸ ਤੋਂ ਬਾਅਦ ਅਸੀਂ ਉਸ ਨੂੰ ਸਾਂਝਾ ਵੀ ਕਰ ਸਕਦੇ ਹਾਂ। ਮਨ 'ਚ ਸਵਾਲ ਹੋਣਾ ਬਹੁਤ ਜ਼ਰੂਰੀ ਆ, ਕਿਉਂਕਿ ਜਦੋਂ ਸਾਧਕ ਇਸ ਮਾਰਗ ਤੇ ਚੱਲਦਾ ਤੇ ਮਨ ਦੇ ਵਿੱਚ ਵਲਵਲੇ ਸਵਾਲ ਆਉਣੇ ਇੱਕ ਸੁਭਾਵਿਕ ਜਿਹਾ ਵਰਤਾਰਾ ਹੁੰਦਾ। ਹੁਣ ਜਦੋਂ ਅੱਜ ਦਾ ਇਹ ਅਰਦਾਸ ਦਾ ਜਿਹੜਾ ਪਹਿਲਾ ਸਾਡਾ ਟੌਪਿਕ ਹੈਗਾ ਕਿ ਸਿੱਖ ਧਰਮ ਦੇ ਵਿੱਚ ਅਰਦਾਸ ਦਾ ਉਦਭਵ, ਸ਼ੁਰੂਆਤ ਤੇ ਇਹਦਾ ਜਿਹੜਾ ਵਿਕਾਸ ਆ ਉਹ ਕਿਸ ਤਰ੍ਹਾਂ ਹੋਇਆ। ਜਦੋਂ ਇਸ ਨੂੰ ਤਿਆਰ ਕੀਤਾ ਜਾ ਰਿਹਾ ਸੀ ਤੇ ਭਾਈ ਗੁਰਦਾਸ ਜੀ ਦਾ ਇੱਕ ਕਥਨ ਮਨ ਦੇ ਵਿੱਚ ਆਇਆ, ਜਿਸ ਵਿੱਚ ਭਾਈ ਗੁਰਦਾਸ ਜੀ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਤੋਂ ਪਹਿਲਾਂ, ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਇਸ ਧਰਤੀ ਦੇ ਉੱਤੇ ਪ੍ਰਗਟ ਹੁੰਦੇ ਨੇ, ਉਹਨਾਂ ਦਾ ਪ੍ਰਕਾਸ਼ ਹੁੰਦਾ ਆ ਤੇ ਉਹ ਭਾਰਤੀ ਉਪ ਮਹਾਦੀਪ ਦੀ ਜੋ ਸਥਿਤੀ ਆ, ਪ੍ਰਸਥਿਤੀਆਂ ਉਸ ਸਮੇਂ ਚੱਲ ਰਹੀਆਂ ਨੇ, ਉਹਨਾਂ ਦਾ ਬਿਆਨ ਕਰਦੇ ਨੇ ਆਪਣੀਆਂ ਵਾਰਾਂ ਦੇ ਵਿੱਚ। ਖੁਦੀ ਵਕੀਲੀ ਤਕਬਰੀ ਖਿੱਚੋ ਤਾਨ ਕਰੇਨ ਧਿਆਨੇ, ਕਿ ਉਸ ਸਮੇਂ ਹਿੰਦੂਆਂ ਤੇ ਮੁਸਲਮਾਨਾਂ ਦੇ ਵਿੱਚ ਆਪਸੀ ਟਕਰਾਰ ਚੱਲ ਰਿਹਾ ਆ। ਦੋਨੋਂ ਮਜ਼ਹਬ ਦੇ ਜਿਹੜੇ ਲੋਕ ਨੇ ਆਪਣੇ ਮਜ਼ਹਬ ਦੇ ਦਿੱਤੇ ਹੋਏ ਪੈਗਾਮ ਨੂੰ ਭੁਲਾ ਕੇ ਆਪਸ ਦੇ ਵਿੱਚ ਖਿੱਚੋ ਤਾਣ ਦੇ ਵਿੱਚ ਪਏ ਹੋਏ ਨੇ। ਉਹਨਾਂ ਦੇ ਵਿੱਚ ਖੁਦਗਰਜੀ ਆ, ਉਹਨਾਂ ਦੇ ਵਿੱਚ ਆਪਸੀ ਟਕਰਾਰ ਆ, ਉਹਨਾਂ ਦੇ ਵਿੱਚ ਈਰਖਾ ਆ, ਉਹਨਾਂ ਦੇ ਵਿੱਚ ਦਵੈਸ਼ ਆ। ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ, ਕਿ ਉਹਨਾਂ ਦੇ ਜਿਹੜੇ ਧਾਰਮਿਕ ਅਕੀਦੇ ਨੇ ਉਹ ਵੀ ਇੱਕ ਦੂਜੇ ਤੋਂ ਬਿਲਕੁਲ ਵਿਪਰੀਤ ਨੇ। ਤੇ ਭਾਈ ਗੁਰਦਾਸ ਜੀ ਫਿਰ ਇਸ ਵਾਰ 'ਚ ਲਿਖਦੇ ਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਮਨ ਮੌਲਾਨੇ, ਕਿ ਦੋਨੋਂ ਜਿਹੜੇ ਧਰਮਾਂ ਦੇ ਪੈਰੋਕਾਰ ਨੇ ਉਹ ਸੱਚ ਤੋਂ ਬਹੁਤ ਦੂਰ ਜਾ ਚੁੱਕੇ ਨੇ ਤੇ ਆਪਸ ਦੇ ਵਿੱਚ ਖਹਿਬਾਜ਼ੀ ਚੱਲ ਰਹੀ ਆ। ਉਹ ਇਸ ਧਰਤੀ ਤੇ ਜਿਹੜਾ ਉਸ ਸਮੇਂ ਵਾਪਰ ਰਿਹਾ ਪਾਪ ਹੁੰਦਾ ਆ, ਉਸ ਨੂੰ ਬੜੀ ਡਿਟੇਲ ਦੇ ਵਿੱਚ ਆਪਣੀਆਂ ਵਾਰਾਂ ਦੇ ਵਿੱਚ ਬਿਆਨ ਕਰਦੇ ਨੇ। ਤੇ ਉਸ ਨੂੰ ਬਿਆਨ ਕਰਨ ਤੋਂ ਬਾਅਦ ਫਿਰ ਧਰਤੀ ਦੇ ਉੱਤੇ ਜਦੋਂ ਪਾਪਾਂ ਦਾ ਬੋਝ ਵੱਧ ਜਾਂਦਾ ਆ ਤੇ ਫਿਰ ਧਰਤੀ ਦੀ ਪੁਕਾਰ ਹੁੰਦੀ ਆ। ਫਿਰ ਕਹਿੰਦੇ ਆ, ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮੈਂ ਪਠਾਇਆ। ਜਦੋਂ ਇਹ ਕਥਨ ਉਹਨਾਂ ਦਾ ਮਨ ਦੇ ਵਿੱਚ ਆਇਆ ਤੇ ਫਿਰ ਇੱਕ ਚੀਜ਼ ਦੀ ਬਿਲਕੁਲ ਕਲੈਰਿਟੀ ਹੋ ਗਈ ਕਿ ਸਿੱਖ ਧਰਮ ਦੇ ਵਿੱਚ ਇਹ ਕਹਿਣਾ ਕਿ ਅਰਦਾਸ ਦੀ ਸ਼ੁਰੂਆਤ ਕਦੋਂ ਹੁੰਦੀ ਆ, ਇਸ ਦੀ ਬਜਾਏ ਇਹ ਕਹਿਣਾ ਜ਼ਿਆਦਾ ਠੀਕ ਹੋਏਗਾ ਕਿ ਸਿੱਖ ਧਰਮ ਦਾ ਜਿਹੜੀ ਸ਼ੁਰੂਆਤ ਆ, ਜਿਹੜਾ ਆਗਾਜ਼ ਆ, ਇਹ ਹੁੰਦਾ ਅਰਦਾਸ ਦੇ ਵਿੱਚੋਂ ਆ। ਕਿਉਂਕਿ ਅਰਦਾਸ ਦਾ ਇੱਕ ਮਤਲਬ ਪੁਕਾਰ ਵੀ ਹੁੰਦਾ ਹੈ। ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮੈਂ ਪਠਾਇਆ, ਕਿ ਜਦੋਂ ਧਰਤੀ ਦੀ ਪੁਕਾਰ, ਇੱਥੋਂ ਦੀ ਜਿਹੜੀ ਲੋਕਾਈ ਆ, ਜਿਹੜੇ ਸੱਚ ਨੂੰ ਮੰਨਣ ਵਾਲੇ ਨੇ, ਉਹ ਸਾਰਾ ਕੁਝ ਦੇਖ ਰਹੇ ਨੇ ਤੇ ਉਹਨਾਂ ਦੇ ਅੰਦਰ ਦੀ ਜਿਹੜੀ ਤੜਪ ਆ, ਧਰਤੀ ਦੇ ਅੰਦਰ ਵੀ ਫਿਰ ਇੱਕ ਮਨ 'ਚ ਹੋਰ ਵੀ ਵਿਚਾਰ ਆਇਆ ਕਿ ਧਰਤੀ ਪੁਕਾਰ ਕਿਸ ਤਰ੍ਹਾਂ ਕਰ ਸਕਦੀ ਹੈ। ਤੇ ਗੁਰਬਾਣੀ 'ਚ ਇਹਦਾ ਆਨਸਰ ਗੁਰੂ ਪਾਤਸ਼ਾਹ ਦਿੰਦੇ ਆ ਨਾ, ਮਾਤਾ ਧਰਤ ਮਹਤ, ਕਿ ਧਰਤੀ ਨੂੰ ਮਾਂ ਦਾ ਦਰਜਾ ਦੇ ਦੇਣਾ ਤੇ ਮਾਂ ਦੇ ਉੱਤੇ ਜਦੋਂ
ਪਾਪਾਂ ਦਾ ਜਿਹੜਾ ਸਿਲਸਿਲਾ ਵਧੇਗਾ ਤੇ ਮਾਂ ਨੂੰ ਦੁੱਖ ਹੁੰਦਾ ਆ। ਤੇ ਇਸ ਤਰੀਕੇ ਦੇ ਨਾਲ ਜਿਹੜਾ ਸਿੱਖ ਧਰਮ ਦੀ ਸ਼ੁਰੂਆਤ ਆ, ਇਹ ਧਰਤੀ ਦੀ, ਇਹ ਮਾਨਵਤਾ ਦੀ ਜਿਹੜੀ ਪੁਕਾਰ ਆ, ਉਸ ਦੇ ਵਿੱਚੋਂ ਜਿਹੜੀ ਅਰਦਾਸ ਨਿਕਲਦੀ ਆ। ਉਸ ਕਰਕੇ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਆਮਦ ਹੈਗੀ ਆ ਉਹ ਇਸ ਧਰਤੀ ਦੇ ਉੱਤੇ ਹੁੰਦੀ ਆ। ਹੁਣ ਅੱਜ ਦੀ ਇਸ ਵਿਚਾਰ ਦੇ ਵਿੱਚ ਜਿਹੜਾ ਸ਼ਬਦ ਹੈਗਾ ਅਰਦਾਸ, ਜਦੋਂ ਅਰਦਾਸ ਦੇ ਸ਼ਾਬਦਿਕ ਅਰਥਾਂ ਵੱਲ ਦੇਖਦੇ ਹਾਂ ਤੇ ਇਸ ਨੂੰ ਸੰਸਕ੍ਰਿਤ ਤੇ ਫਾਰਸੀ ਦੋਨਾਂ ਸ਼ਬਦਾਵਲੀ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਇਹ ਸ਼ਬਦ ਸਾਡੀ ਭਾਸ਼ਾ ਦਾ ਹੈਗਾ ਹੈ। ਸੰਸਕ੍ਰਿਤ ਵਾਲੇ ਕਹਿੰਦੇ ਨੇ ਕਿ ਇਹਦਾ ਅਰਥ ਦਾ ਮਤਲਬ ਹੁੰਦਾ ਮੰਗਣਾ ਤੇ ਆਸ ਦਾ ਹੁੰਦਾ ਮਨ ਦੀ ਆਸ਼ਾ, ਜੋ ਸਾਡੀ ਡਿਜ਼ਾਇਰ ਹੈਗੀ ਸਾਡੇ ਮਨ ਦੇ ਅੰਦਰ। ਇੱਕ ਮਨ ਦੀ ਮੁਰਾਦ ਮੰਗਣ ਦੀ ਜਿਹੜੀ ਹੈਗੀ ਕਲਾ, ਉਸ ਨੂੰ ਅਰਦਾਸ ਕਿਹਾ ਜਾਂਦਾ ਆ। ਤੇ ਫਾਰਸੀ ਦੇ ਵਿੱਚ ਵੀ ਇਸ ਲਈ ਅਰਜ ਦਾਸਤ ਸ਼ਬਦ ਦੀ ਜਿਹੜੀ ਆ ਉਹ ਵਰਤੋਂ ਕੀਤੀ ਜਾਂਦੀ ਆ। ਭਾਵ ਦੋਨਾਂ ਦਾ ਇੱਕੋ ਜਿਹਾ ਹੁੰਦਾ। ਤੇ ਗੁਰਬਾਣੀ ਦੇ ਵਿੱਚ ਅਰਦਾਸ ਨਾਲ ਸੰਬੰਧਿਤ ਬਹੁਤ ਸਾਰੇ ਸ਼ਬਦ ਆਏ ਨੇ। ਅਰਦਾਸ, ਬੇਨਤੀ, ਜੋਦੜੀ ਸ਼ਬਦ ਵਰਤਿਆ ਗਿਆ, ਪੁਕਾਰ ਸ਼ਬਦ ਵਰਤਿਆ ਗਿਆ, ਅਰਜ ਸ਼ਬਦ ਵਰਤਿਆ ਗਿਆ। ਤੇ ਇਹਨਾਂ ਸ਼ਬਦਾਂ ਦੇ ਪਿੱਛੇ ਜਿਹੜੀ ਭਾਵਨਾ ਹੁੰਦੀ ਆ ਉਹ ਇੱਕੋ ਹੀ ਹੁੰਦੀ ਆ। ਪਰ ਜਦੋਂ ਅਸੀਂ ਗੁਰਬਾਣੀ ਦੇ ਵਿੱਚ ਵੇਖਦੇ ਹਾਂ, ਗੁਰਬਾਣੀ ਦੇ ਵਿੱਚ ਇਕੱਲੀ ਅਰਦਾਸ ਦਾ ਅਰਥ ਮੰਗ ਨਹੀਂ ਹੁੰਦਾ। ਠੀਕ ਹੈ, ਅਸੀਂ ਮੰਗਦੇ ਹਾਂ ਗੁਰੂ ਪਾਤਸ਼ਾਹ ਕੋਲੋਂ, ਸਾਡੀਆਂ ਬਹੁਤ ਸਾਰੀਆਂ ਮੁਰਾਦਾਂ ਹੁੰਦੀਆਂ ਨੇ। ਗੁਰੂ ਦੇ ਦਰ ਦੇ ਉੱਤੇ ਆ ਕੇ ਅਸੀਂ ਰੋਜ਼ ਸਿਜਦਾ ਕਰਦੇ ਹਾਂ ਤੇ ਗੁਰੂ ਸਾਡੀਆਂ ਝੋਲੀਆਂ ਵੀ ਭਰਦੇ ਨੇ। ਪਰ ਗੁਰਬਾਣੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸ਼ੁਕਰਾਨੇ ਦੀ ਅਰਦਾਸ ਵੀ ਹੁੰਦੀ ਆ, ਕਿ ਉਹ ਚੀਜ਼ਾਂ ਜਿਹੜੀਆਂ ਅਸੀਂ ਕਦੇ ਗੁਰੂ ਕੋਲ ਨਹੀਂ ਵੀ ਮੰਗੀਆਂ ਪਰ ਸਾਡੇ ਕੋਲ ਹੈ ਨੇ। ਕਦੇ ਧਿਆਨ ਮਾਰ ਕੇ ਵੇਖੀਏ ਕਿ ਸਾਡੇ ਘਰ ਦੇ ਵਿੱਚ ਜਾਂ ਜੋ ਕੁਝ ਵੀ ਸਾਨੂੰ ਪਰਮਾਤਮਾ ਨੇ ਦਿੱਤਾ ਆ, ਕਿ ਅਸੀਂ ਕਦੀ ਅਰਦਾਸ ਆਪਣੀ 'ਚ ਉਸ ਦੀ ਮੰਗ ਕੀਤੀ ਸੀ ਕਿ ਨਹੀਂ ਸੀ ਕੀਤੀ। ਜੇ ਸਾਡੇ ਕੋਲ ਚੰਗੀ ਸਿਹਤ ਹੈਗੀ, ਗੁਰੂ ਪਾਤਸ਼ਾਹ ਸੁਖਮਨੀ ਸਾਹਿਬ ਦੇ ਵਿੱਚ ਵੀ ਬਿਆਨ ਕਰਦੇ ਨੇ, ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ। ਉਹਦੀ ਕਿਰਪਾ ਦੇ ਨਾਲ ਜੇ ਸਾਡੇ ਕੋਲ ਇਹ ਸਰੀਰ ਵੀ ਤੰਦਰੁਸਤ ਹੈਗਾ ਤੇ ਵਾਹਿਗੁਰੂ ਦੀ ਕਿਰਪਾ ਹੈਗੀ ਹੈ। ਸਾਡੇ ਮਨ ਦੇ ਅੰਦਰ ਜਦੋਂ ਸ਼ੁਕਰਾਨੇ ਦੀ ਅਰਦਾਸ ਆਉਂਦੀ ਹੈ ਤੇ ਅਸੀਂ ਛੋਟੀਆਂ ਛੋਟੀਆਂ ਉਹਦੀਆਂ ਬਖਸ਼ਿਸ਼ਾਂ ਨੂੰ ਗਿਣਨਾ ਸ਼ੁਰੂ ਕਰ ਦਿੰਦੇ ਹਾਂ। ਫਿਰ ਅਸੀਂ ਇਹ ਨਹੀਂ ਦੇਖਦੇ ਸਾਡੇ ਕੋਲ ਕੀ ਨਹੀਂ ਹੈਗਾ, ਸਾਡੇ ਕੋਲ ਜੋ ਹੈਗਾ ਅਸੀਂ ਉਸ ਲਈ ਸ਼ੁਕਰਾਨੇ ਦੀ ਅਰਦਾਸ ਕਰਦੇ ਹਾਂ। ਤੇ ਸਿੱਖ ਨੇ ਆਪਣੇ ਜੀਵਨ ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਅਰਦਾਸ ਆ, ਹਰ ਤਰ੍ਹਾਂ ਦੀ ਜੋਦੜੀ ਆ, ਉਹ ਗੁਰੂ ਅੱਗੇ ਕਰਨੀ ਆ, ਹੋਰ ਕਿਸੇ ਦੂਸਰੇ ਦਰ ਤੇ ਨਹੀਂ ਜਾਣਾ। ਇਹਦੀ ਤਾਕੀਦ ਜਿਹੜੀ ਆ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਬਾਰ-ਬਾਰ ਕਰਦੇ ਨੇ। ਹਰ ਇੱਕੋ ਦਾਤਾ ਮੰਗੀਏ ਮਨ ਚਿੰਦਿਆ ਪਾਈਏ, ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਇੱਕੋ ਵਾਹਿਗੁਰੂ ਦੇ ਦਰ ਦੇ ਉੱਤੇ ਜਾਣਾ ਆ, ਹੋਰ ਕਿਸੇ ਦੇ ਦਰ ਦੇ ਉੱਤੇ ਨਹੀਂ ਜਾਣਾ। ਬਾਬਾ ਫਰੀਦ ਦਾ ਇੱਕ ਬੜਾ ਸੋਹਣਾ ਬਚਨ ਆ, ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ। ਕਿ ਇਸ ਤਰ੍ਹਾਂ ਦਾ ਕਦੀ ਵੀ ਸਮਾਂ ਨਾ ਆਏ ਕਿ ਮੈਨੂੰ ਤੇਰੇ ਦਰ ਤੋਂ ਕਿਸੇ ਦੂਸਰੇ ਦਰ ਦੇ ਉੱਤੇ ਜਾਣਾ ਪਏ। ਹੁਣ ਇਸ ਤੋਂ ਅੱਗੇ ਜਦੋਂ ਸਾਧਕ ਅਰਦਾਸ ਕਰਦਾ ਆ, ਅਸੀਂ ਸਾਰੇ ਅਰਦਾਸਾਂ ਕਰਦੇ ਆ, ਤਾਂ ਕਦੀ ਮਹਿਸੂਸ ਕਰਕੇ ਦੇਖੀਏ ਕਿ ਜਦੋਂ ਅਸੀਂ ਅਰਦਾਸ ਕਰ ਰਹੇ ਹੁੰਨੇ ਆ, ਬੇਸ਼ੱਕ ਅਸੀਂ ਕੋਈ ਵੀ ਸ਼ਬਦ ਨਹੀਂ ਬੋਲਦੇ, ਕਈ ਵਾਰੀ ਅਸੀਂ ਬੋਲ ਕੇ ਅਰਦਾਸ ਨਹੀਂ ਕਰਦੇ, ਅਸੀਂ ਮਨ ਦੇ ਅੰਦਰ ਹੀ ਅਰਦਾਸ ਕਰ ਰਹੇ ਹੁੰਨੇ, ਤੇ ਸਾਨੂੰ ਇਹ ਪੂਰਾ ਭਰੋਸਾ ਬੱਝਿਆ ਹੁੰਦਾ ਕਿ ਵਾਹਿਗੁਰੂ ਸਾਡਾ ਅੰਤਰਯਾਮੀ ਹੈਗਾ। ਅਸੀਂ ਕਦੇ ਵੀ ਉੱਥੇ ਕੋਈ ਪ੍ਰਸ਼ਨ ਨਹੀਂ ਖੜਾ ਕਰਦੇ ਕਿ ਪ੍ਰਮਾਤਮਾ ਅੰਤਰਯਾਮੀ ਨਹੀਂ ਹੈਗਾ, ਉਹ ਹਾਜ਼ਰ ਨਾਜ਼ਰ ਨਹੀਂ ਹੈਗਾ। ਤੇ ਅਸੀਂ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਮੰਨਦੇ ਹਾਂ। ਬੇਸ਼ੱਕ ਅਸੀਂ ਆਪਣੇ ਘਰ ਦੇ ਵਿੱਚ ਬੈਠੇ ਹੋਈਏ, ਬਾਹਰ ਹੋਈਏ, ਗੁਰੂ ਦੀ ਹਜ਼ੂਰੀ 'ਚ, ਤੇ ਚਲੋ ਗੁਰੂ ਸਾਹਮਣੇ ਦਰਸ਼ਨ ਦੇ ਰਹੇ ਨੇ, ਪਰ ਜੇ ਗੁਰੂ ਦੀ ਹਜ਼ੂਰੀ ਨਾ ਵੀ ਹੋਏ, ਜਦੋਂ ਅਰਦਾਸ ਕਰਦੇ ਹਾਂ ਤੇ ਉਦੋਂ ਅਸੀਂ ਗੁਰੂ ਪਾਤਸ਼ਾਹ ਨੂੰ ਆਪਣੇ ਅੰਗ ਸੰਗ, ਅਕਾਲ ਪੁਰਖ ਨੂੰ ਆਪਣੇ ਕੋਲ ਸਮਝਦੇ ਹਾਂ। ਤੇ ਸਾਡਾ ਜਿਹੜਾ ਭਰੋਸਾ ਹੁੰਦਾ ਉਸ ਸਮੇਂ ਗੁਰੂ ਤੇ ਬੜਾ ਅਟੁੱਟ ਹੁੰਦਾ ਆ। ਪਰ ਜਦੋਂ ਅਰਦਾਸ ਨਹੀਂ ਕਰਦੇ, ਕੋਈ ਮਾੜਾ ਕਰਮ ਕਰਦੇ ਆ, ਉਦੋਂ ਬਿਲਕੁਲ ਵਿਪਰੀਤ ਦਿਸ਼ਾ ਹੁੰਦੀ ਸਾਡੇ ਮਨ ਦੀ। ਉਦੋਂ ਇਹ ਸਮਝਦੇ ਕਿ ਪ੍ਰਮਾਤਮਾ ਦੀ ਕੋਈ ਹੋਂਦ ਇਸ ਧਰਤੀ ਦੇ ਉੱਤੇ ਹੈ ਹੀ ਨਹੀਂ। ਦੋਨਾਂ ਸਥਿਤੀਆਂ ਦੇ ਵਿੱਚ ਫਰਕ ਹੋ ਜਾਂਦਾ। ਪਰ ਜਿਹੜੀ ਅਰਦਾਸ ਦੀ ਪਹਿਲੀ ਸ਼ਰਤ ਆ, ਇਹ ਭਰੋਸੇ ਦੀ ਆ। ਤੇ ਖਾਸ ਕਰਕੇ ਉਦੋਂ ਜਦੋਂ ਅਸੀਂ ਕਿਸੇ ਮੁਸੀਬਤ ਦੇ ਵਿੱਚ ਜਾਂ ਸਾਡਾ ਕੋਈ ਕੰਮ ਫਸ ਜਾਂਦਾ ਆ, ਉਸ ਸਮੇਂ ਸਾਡੇ ਜਿਹੜੀ ਮਨ ਤੋਂ ਅਰਦਾਸ ਨਿਕਲਦੀ ਆ ਉਹ ਬੜੀ ਗੰਭੀਰ, ਬੜੀ ਡੂੰਘੀ ਹੁੰਦੀ ਆ। ਤੇ ਕਬੀਰ ਸਾਹਿਬ ਨੇ ਵੀ ਆਪਣੀ ਬਾਣੀ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਆ
कि वाहेगुरु अगे जो अरदास करनी है ना, उन्होंने याद करना इस तरह करना जिमें असी काम पैन ते करते हैं। कबीर काम परे हर सिमरिए ऐसा सिमरो नित, कि जिवें इंसान नूं कोई काम पै जे ते फिर वो रब नूं याद, उहदे सारे जिहड़े हीले वसीले ने वो खत्म हो जाण ते उहदे कोल फिर आखिरी परमात्मा दी ओट बचे, उदों रब दे नाल रिश्ता बड़ा डूंगा हुंदा। कहते जिवें तू उस स्थिति दे विच अरदास करदा ना, काम परे हर सिमरिए ऐसा सिमरो नित, तेरी रोजाना दे जीवन दे विच तेरी हर समय उस तरह की मन की स्थिति होनी चाहिए आ कि तू हर वेले रब दे नाल इन्ना अपने आप नूं कोल समझे, तेरा रब ते इन्ना जिहड़ा भरोसा हैगा आ वो अटुट होवे। हुण इस तो अगली जिहड़ी बेनती हैगी कि कई बार साधक दे मन दे विच बहुत सारे सवाल चल रहे हुंदे आ, मन च ते बहुत सारियां अरदासां चल रही, पर सानूं पता नहीं लगता कि गुरु पातशाह दे सामने असीं किहड़े बोला राही ये अरदास अपनी रखीए। ते इहदा जवाब जिहड़ा गुरु पातशाह सानूं बाणी च दिंदे ने, चित चित वो अरदास कहूँ पर कह पी ना सकूँ, कि मेरे मन दे विच ते अरदास चल रही आ, मन दे विच बोल ते हैगे ने, पर मैनूं ये पता नहीं लग रहा गुरु पातशाह कि मैं अपने बोलां नूं तुहाडे सामने किस तरह रखां। इसलिए गुरबाणी च गुरु पातशाह ये भी दसते ने, बिन बोलिया सब किछ जानदा, कि साडे अंदर दे बोल जिहड़े साडी जुबान दे भी नहीं हैगे, वाहेगुरु उन्हां दे बारे भी जानदा हैगा आ। अरदास करन लग्गिया शब्दां दा अगे पिछे हो जाना कोई वड्डी गल नहीं हुंदी, सब तो वड्डी गल ये हुंदी कि साडा गुरु पर भरोसा बचिया कि नहीं बचिया, साडे मन दे विच जिहड़ी भावना चल रही आ वो गुरमत दे अनुसार हैगी कि नहीं हैगी। क्योंकि कई बार इस तरह दियां इंसान अपने मन दे विच बिरतियां अरदासां सोच लैंदा जिहड़ियां गुरमत दे अनुसार नहीं हुंदियां। एक उदाहरण आ जी, एक बारी किसी ज्ञानी साहब को कोई परिवार आ गया, वो कहते जी असी नवा बिजनेस व्यापार शुरू करना, तुसी अरदास करो। कहते ठीक है जी, चल पैने अरदास करते हैं जाके तुहाडे व्यापार दे लई। उन्होंने पूछा कि व्यापार क्या, कहते असी सैलून खोलन लगे हैं। हुण तुसी देखिए कि गुरमत के अनुसार जो असी की मंगते हैं अपनी अरदास दे विच, सिखां नूं सिੱਖੀ दान, केस दान, ते सैलून दे विच फिर असी की करना हैगा। ये चीज़ां जो असी मंगनी या गुरु को मंग असी देख लीए कि साडी परंपरा, साडी मर्यादा, साडा इतिहास सानू की कह रहा हैगा। ये सारियां चीज़ां दा भी असी ध्यान रखना आ, ते साडे मन दे विच जो भी चल रहा, चित्त दे विच जो भी चल रहा, गुरु पातशाह जानते हैं। ते अगे गुरु पातशाह ये ताकीद करते हैं, सर्ब चिंत तुझ पास साध संगत हों तकों, कि जो अरदास करनी आ अपनिया सारिया चिंतावां जो भी मन च चल रहा गुरु के उत्ते भरोसा रख के गुरु पातशाह के उत्ते छड्ड देनिया। अरदास जिन्नी भरोसे दे विचों निकलेगी वाहेगुरु उन्नी जल्दी कबूल करते हैं। ते भरोसा जिहड़ा आ वो अरदास का सब तो वड्डा पहलू हैगा आ। हुण इस तो बाद सिख इतिहास दे विच असीं देखते हैं कि जदों गुरु नानक पातशाह इस धरती के उत्ते विचर रहे हुंदे ने, जन्म साखियां दे विच बहुत सारियां साखियां जिहड़ियां ने गुरु पातशाह दे जीवन नाल संबंधित ने। ते बचपन दे विच जिवें बेबे नानकी दा गुरु नानक पातशाह दे उपर, अपने वीर दे उपर विश्वास वध जांदा कि ये कोई आम मनुख नहीं हैगा, कोई रब्बी जोत है। राय बुलार ने जिहड़े तलवंडी दे मालक ने, जिथे गुरु नानक पातशाह दा जन्म हुंदा ननकाणा साहिब दे, वो सारे फिर अपने मन दियां मुरादां गुरु पातशाह अगे रखते हैं। तो जिहड़ी घटना का हुण जिक्र करन जा रहा आप जी दे नाल साध संगत, ये घटना आ जदों गुरु नानक पातशाह वही नदी दे विच 3 दिन लई अलोप हो जाते हैं। तो उस तो बाद बाहर जो निकलते हैं तो गुरु पातशाह का बोल सी, ना को हिंदू ना मुसलमान। तो इस शब्द के नाल जिहड़ा उस समय सुल्तानपुर लोधी हैगा, जिथे गुरु नानक पातशाह अपनी किरत कर रहे सी, जो उत्थों के लोगों को यह पता लगता तो बहुत ज़्यादा एक विरोध शुरू हो जाता गुरु पातशाह का। तो फिर गुरु पातशाह के खिलाफ जाके नवाब जिहड़ा दौलत खां लोधी हैगा उसनूं शिकायत की जाती आ। तो गुरु पातशाह उसकी मुलाजमत दे विच सन उस समय जदों वई दे विच जांदे ने।
ਪਰ ਜਦੋਂ ਬਾਹਰ ਆ ਜਾਂਦੇ ਨੇ ਤੇ ਉਹਨਾਂ ਨੂੰ ਹੁਣ ਪ੍ਰਮਾਤਮਾ ਵੱਲੋਂ ਹੁਕਮ ਹੋ ਚੁੱਕਾ ਕਿ ਤੁਸੀਂ ਜਾ ਕੇ ਇਸ ਦੁਨੀਆ ਦੇ ਵਿੱਚ ਸੱਚ ਦੇ ਨਾਮ ਦਾ ਪ੍ਰਚਾਰ ਕਰਨਾ ਹੈਗਾ। ਤੇ ਨਵਾਬ ਨੂੰ ਇਹ ਮਹਿਸੂਸ ਹੋ ਰਿਹਾ ਕਿ ਗੁਰੂ ਨਾਨਕ ਅੱਜ ਵੀ ਮੇਰੇ ਮੁਲਾਜ਼ਮ ਨੇ, ਉਹ ਅੱਜ ਵੀ ਮੇਰੀ ਮੁਲਾਜ਼ਮਤ ਕਰ ਰਹੇ ਨੇ। ਤੇ ਉਹ ਆਪਣੇ ਜਿਹੜੇ ਅਹਿਲਕਾਰ ਨੇ, ਆਪਣੇ ਜਿਹੜੇ ਉਹਨਾਂ ਦੇ ਸਿਪਾਹੀ ਨੇ, ਉਹਨਾਂ ਹੱਥ ਸੁਨਾਹ ਭੇਜਦੇ ਨੇ ਕਿ ਗੁਰੂ ਨਾਨਕ ਨੂੰ ਮੇਰੇ ਕੋਲ ਲੈ ਕੇ ਆਓ। ਤੇ ਗੁਰੂ ਨਾਨਕ ਪਾਤਸ਼ਾਹ ਦੇ ਆ ਕੇ ਜਦੋਂ ਬੜੇ ਰੋਹਬ ਦੇ ਨਾਲ ਕਹਿੰਦੇ ਨੇ ਕਿ ਖਾਨ ਤੁਹਾਨੂੰ ਬੁਲਾ ਰਿਹਾ, ਤੁਹਾਨੂੰ ਜਾਣਾ ਹੀ ਪੈਣਾ, ਤੇ ਗੁਰੂ ਪਾਤਸ਼ਾਹ ਅੱਗੋਂ ਜਵਾਬ ਦਿੰਦੇ ਨੇ ਕਿ ਤਬ ਨਾਨਕ ਕਹਿਆ ਮੈਂ ਤੇਰੇ ਖਾਨ ਕੀ ਕਿਆ ਪਰਵਾਹ ਪੜੀ ਹੈ, ਕਿ ਮੈਨੂੰ ਹੁਣ ਤੇਰੇ ਖਾਨ ਦੀ ਪਰਵਾਹ ਨਹੀਂ ਹੈਗੀ, ਕਿਉਂਕਿ ਹੁਣ ਮੈਂ ਉਸ ਵਾਹਿਗੁਰੂ ਦਾ ਢਾਡੀ ਬਣ ਚੁੱਕਾ ਹਾਂ। ਇੱਥੇ ਖਾਨ ਦੇ ਬੋਲਾਂ ਦੇ ਵਿੱਚ ਇੱਕ ਰੋਹਬ ਆ ਤੇ ਗੁਰੂ ਪਾਤਸ਼ਾਹ ਉਸ ਰੋਹਬ ਨੂੰ ਬਿਲਕੁਲ ਨਕਾਰ ਦਿੰਦੇ ਨੇ। ਉਹ ਜਾ ਕੇ ਜਿਹੜੇ ਅਹਿਲਕਾਰ ਹੁੰਦੇ ਨੇ ਫਿਰ ਖਾਨ ਨੂੰ ਦੱਸਦੇ ਨੇ ਤੇ ਖਾਨ ਨੂੰ ਸਮਝ ਆ ਜਾਂਦੀ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਹੁਣ ਜਿਹੜਾ ਬੁਲਾਉਣਾ ਨਾ, ਪੁਕਾਰ ਕਰਨੀ ਆ, ਉਹ ਬੜੀ ਨਿਮਰਤਾ ਦੇ ਨਾਲ, ਬੜੇ ਪਿਆਰ ਦੇ ਨਾਲ ਕਰਨੀ ਪੈਣੀ, ਨਹੀਂ ਤੇ ਗੁਰੂ ਨਾਨਕ ਪਾਤਸ਼ਾਹ ਨੇ ਇਸ ਦਰ ਤੇ ਆਉਣਾ ਨਹੀਂ, ਮੇਰੀ ਬੇਨਤੀ ਕਬੂਲ ਨਹੀਂ ਕਰਨੀ। ਫਿਰ ਦੁਬਾਰਾ ਜਾ ਕੇ ਉਹ ਬੇਨਤੀ ਕਰਦੇ ਨੇ, ਖਾਨ ਕਹਿਆ ਅੱਜ ਬਰਾ ਖੁਦਾਏ ਦੀਦਾਰ ਦੇਹ ਤਬ ਨਾਨਕ ਉੱਠ ਚੱਲਿਆ। ਸਾਖੀਕਾਰ ਦੇ ਬੋਲ ਨੇ ਇਸ ਤਰੀਕੇ ਦੇ ਨਾਲ, ਉਸਨੇ ਜਿਹੜੀ ਕਲਾਸੀਕਲ ਪੰਜਾਬੀ ਹੈਗੀ ਇਸ ਤਰ੍ਹਾਂ ਲਿਖਿਆ ਹੈਗਾ ਕਿ ਹੇ ਖੁਦਾ ਦੇ ਬੰਦੇ, ਖਾਨ ਨੇ ਤੁਹਾਨੂੰ ਯਾਦ ਕੀਤਾ, ਤੁਹਾਡੇ ਦੀਦਾਰ ਦੀ ਜਿਹੜੀ ਆ ਮੰਗ ਕਰ ਰਹੇ ਨੇ। ਕਹਿਣ ਤੋਂ ਭਾਵ ਜਦੋਂ ਅਸੀਂ ਨਿਮਰ ਹੋ ਜਾਂਦੇ ਆ, ਸਾਡੇ ਬੋਲਾਂ ਦੇ ਵਿੱਚ ਮਿਠਾਸ ਆ ਜਾਂਦੀ ਆ, ਤੇ ਗੁਰੂ ਨਾਨਕ ਪਾਤਸ਼ਾਹ ਫਿਰ ਆਪ ਉੱਠ ਕੇ ਸਾਡੇ ਕੋਲ ਆ ਜਾਂਦੇ। ਹੰਕਾਰ ਵਸ ਨਹੀਂ, ਜਦੋਂ ਅਰਦਾਸ ਕਰਨੀ ਹੈਗੀ ਆ ਉਦੋਂ ਨਿਮਰਤਾ ਵਸ ਹੋ ਕੇ ਕਰਨੀ ਆ। ਹੰਕਾਰ ਵਸ ਕੀਤੀ ਹੋਈ ਅਰਦਾਸ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਕਦੀ ਵੀ ਕਬੂਲ ਨਹੀਂ ਹੁੰਦੀ। ਇਸ ਤੋਂ ਅੱਗੇ ਇੱਕ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਵੇਲੇ ਦੀ ਸਾਖੀ ਆਉਂਦੀ ਹੈ ਜੀ। ਗੁਰੂ ਪਾਤਸ਼ਾਹ ਦਾ ਇੱਕ ਸਿੱਖ ਸੀ ਭਾਈ ਸਾਧੂ ਮਹਿਤਾ। ਉਹ ਗੁਰੂ ਪਾਤਸ਼ਾਹ ਨੂੰ ਆ ਕੇ ਬੇਨਤੀ ਕਰਦਾ ਕਿ ਸਾਨੂੰ ਕੋਈ ਧਰਮ ਉਪਦੇਸ਼ ਤੋਂ ਕੋਈ ਸਿੱਖਿਆ ਦਿਓ। ਤੇ ਗੁਰੂ ਪਾਤਸ਼ਾਹ ਨੇ ਭਾਈ ਸਾਧੂ ਮਹਿਤਾ ਨੂੰ ਜੋ ਬੋਲਿਆ ਉਹ ਸਿੱਖਾਂ ਦੀ ਭਗਤਮਾਲਾ ਗ੍ਰੰਥ ਦੇ ਵਿੱਚ ਦਰਜ ਆ। ਭਾਈ ਸਾਧੂ ਮਹਿਤਾ ਤਾਂ ਗੁਰੂ ਅਰਜਨ ਜੀ ਦੀ ਸ਼ਰਨ ਆਏ, ਜੋ ਅਸਾਂ ਨੂੰ ਉਪਦੇਸ਼ ਕੀਚੇ ਤਾਂ ਬਚਨ ਹੋਆ, ਜੋ ਕਾਰਜ ਆਰੰਭ ਕਰਨੇ ਸੋ ਪਹਿਲੇ ਅਰਦਾਸ ਕਰਕੇ ਕੜਾ ਕਰਨਾ। ਕਿ ਕੋਈ ਵੀ ਕੰਮ ਹੋਏ, ਭਾਵੇਂ ਉਹ ਛੋਟਾ ਹੋਏ ਭਾਵੇਂ ਵੱਡਾ ਹੋਏ, ਸਭ ਤੋਂ ਪਹਿਲਾਂ ਗੁਰੂ ਅੱਗੇ ਅਰਦਾਸ ਕਰਨੀ ਤੇ ਫਿਰ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਆ ਉਹਨੂੰ ਵੀ ਨਾਲ ਲੈ ਕੇ ਫਿਰ ਅਰਦਾਸ ਕਰਨੀ। ਹੁਣ ਇਸ ਦੇ ਪਿੱਛੇ ਭਾਵਨਾ ਕੀ ਹੈਗੀ ਆ? ਕਿਉਂਕਿ ਗੁਰਬਾਣੀ ਦੇ ਅਨੁਸਾਰ ਜਿਹੜਾ ਕਰਨ ਕਾਰਨ ਹਾਰ ਆ ਉਹ ਵਾਹਿਗੁਰੂ ਆਪ ਆ। ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ। ਕਿ ਜਦੋਂ ਅਸੀਂ ਇਹ ਸਮਝ ਲਈ ਨਾ ਕਿ ਕਰਨ ਕਰਾਵਨ ਮੈਂ ਆ, ਤੇ ਗੁਰੂ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਹੰਕਾਰ ਆ, ਤੂੰ ਇਸ ਗਰਭ ਜੋਨੀ ਦੇ ਵਿੱਚ ਬਾਰ-ਬਾਰ ਘੁੰਮਦਾ ਰਹੇਗਾ। ਆਪਸ ਕੋ ਕਰਮਵੰਤ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ। ਜਿਹੜਾ ਇਹ ਇਨਸਾਨ ਸਮਝ ਲੈਂਦਾ ਕਿ ਸਭ ਕੁਝ ਮੈਂ ਹੀ ਕਰ ਰਿਹਾ ਆ, ਫਿਰ ਉਹ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਉੱਤੇ ਕਬੂਲ ਨਹੀਂ ਹੁੰਦਾ। ਕਿਉਂਕਿ ਸਾਡਾ ਕੋਈ ਵੀ ਕੰਮ ਹੋਏ, ਭਾਵੇਂ ਛੋਟਾ ਆ ਭਾਵੇਂ ਵੱਡਾ ਆ, ਅਸੀਂ ਹਰ ਕੰਮ ਦੇ ਲਈ ਗੁਰੂ ਅੱਗੇ ਪਹਿਲਾਂ ਅਰਦਾਸ ਕਰਨੀ ਆ। ਜਿੰਨਾ ਚਿਰ ਤੱਕ ਵਾਹਿਗੁਰੂ ਦੀ ਬਖਸ਼ਿਸ਼ ਨਹੀਂ ਹੋਏਗੀ, ਉਸ ਦੀ ਕਿਰਪਾ ਨਹੀਂ ਹੋਏਗੀ, ਅਸੀਂ ਆਪਣਾ ਕੋਈ ਵੀ ਕਾਰਜ ਪੂਰਾ ਨਹੀਂ ਕਰ ਸਕਦੇ। ਤੂੰ ਕਰਤਾ ਕਰਨਾ ਮੈਂ ਨਹੀਂ, ਅਸੀਂ ਪੜ੍ਹਦੇ ਰੋਜ਼ ਹਾਂ, ਪਰ ਇਹਨਾਂ ਬੋਲਾਂ ਦੇ ਵਿੱਚ ਬੜੇ ਵੱਡੇ ਅਰਥ ਛੁਪੇ ਹੋਏ ਨੇ। ਕੋਈ ਵੀ ਕਾਰਜ ਕਰਨਾ ਆ, ਭਾਵੇਂ ਅਸੀਂ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਆ, ਜਦੋਂ ਵੀ ਉੱਠਦੇ ਆ, ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਆ ਕਿ ਉਹਨੇ ਸਾਨੂੰ ਅਗਲਾ ਦਿਨ ਵੇਖਣ ਨੂੰ ਦਿੱਤਾ। ਪੁਰਾਣੀ 18ਵੀਂ ਸਦੀ ਦੇ ਇਤਿਹਾਸ ਦੀ ਅਸੀਂ ਅੱਗੇ ਜਾ ਕੇ ਗੱਲ ਕਰਾਂਗੇ। ਉਹ ਗੁਰਸਿੱਖ ਜਦੋਂ ਜੰਗਲਾਂ 'ਚ ਰਹਿ ਰਹੇ ਸੀ, ਇੱਕ ਵੇਲਾ ਸੀ ਜਦੋਂ ਸਿੱਖਾਂ ਦੇ ਸਿਰਾਂ ਦੇ ਉੱਤੇ ਮੁੱਲ ਤੈਅ ਕਰਤੇ ਸੀ ਸਮੇਂ ਦੀ ਹਕੂਮਤ ਨੇ ਕਿ ਜਿੱਥੇ ਕਿਤੇ ਵੀ ਸਿੱਖ ਮਿਲੇਗਾ ਉਸ ਨੂੰ ਮਾਰ ਕੇ ਉਸ ਦਾ ਸਿਰ ਕਲਮ ਕਰਕੇ ਸਰਕਾਰੀ ਦਰਬਾਰੇ ਪੇਸ਼ ਕੀਤਾ ਜਾਏ। ਤੇ ਸਿੱਖਾਂ ਨੇ ਜੰਗਲਾਂ ਦੇ ਵਿੱਚ ਜਾ ਕੇ ਪਨਾਹ ਲਈ। ਇੱਕ ਬੜਾ ਲੰਬਾ ਸਮਾਂ, ਅੱਧੀ ਸਦੀ ਤੋਂ ਵੀ ਵੱਧ ਕੇ ਜਿਹੜਾ ਸਮਾਂ ਸੀ ਉਹ ਜੰਗਲਾਂ ਦੇ ਵਿੱਚ ਗੁਜ਼ਾਰਿਆ। ਤੇ ਉਸ ਸਮੇਂ ਨਾ ਉਹਨਾਂ ਕੋਲ ਕੁਝ ਖਾਣ ਨੂੰ ਹੁੰਦਾ ਸੀ, ਨਾ ਕੁਝ ਪੀਣ ਨੂੰ ਹੁੰਦਾ ਸੀ, ਨਾ ਸੌਣ ਨੂੰ ਹੁੰਦਾ ਸੀ, ਨਾ ਹੀ ਸਿਰ ਦੇ ਉੱਤੇ ਛੱਤ ਹੁੰਦੀ ਸੀ। ਤੇ ਸ਼ਾਮ ਦੀ ਜਦੋਂ ਅਰਦਾਸ ਕਰਦੇ ਸੀ ਉਹ ਗੁਰਸਿੱਖ ਤੇ ਇੱਕ ਅਰਦਾਸ ਹੁੰਦੀ ਸੀ, 4 ਪਹਿਰ ਦਿਨ ਸੁੱਖ ਦਾ ਬਤੀਤ ਕੀਤਾ, 4 ਪਹਿਰ ਰਾਤ ਆਈ ਸੁੱਖਾਂ ਦੀ ਬਤੀਤ ਕਰਵਾਉਣੀ। ਜਦੋਂ ਉਹਨਾਂ ਦੀ ਅਰਦਾਸ ਵੱਲ ਦੇਖਦੇ ਆ ਤੇ ਉਹਦੇ ਵਿੱਚ ਸ਼ੁਕਰਾਨਾ ਆ, ਸ਼ਿਕਵਾ ਨਹੀਂ ਹੈਗਾ।
कोई गिला शिकवा नहीं परमात्मा दे नाल, कुछ भी साधन ना हुंदे आ होए भी वो गुरु पातशाह का शुकराना करते हैं। तो इसलिए सिख ने जो भी कारज करना हैगा आ वो गुरु अगे पहला अरदास करनी आ ते फिर उस कारज नूं आरंभ करना है। हुण जिस अरदास की असी विचार लड़ी शुरू करनी आ पंथक अरदास की, उसका जिहड़ा पहला बंद हैगा एक ओंकार वाहिगुरू जी की फतेह, वो गुरु गोबिंद सिंह पातशाह द्वारा रचिया होया। उस तो बाद जिन्नी भी अरदास आ वो खालसा पंथ की बाणी आ, खालसा पंथ की रचना आ, वो किसी गुरु साहिबान की नहीं रची हैगी। तो एक डॉक्टर तारण सिंह सिख विद्वान होए ने, उन्होंने अरदास के उत्ते बहुत सोहना लिखिया, कहते जिहड़ी अरदास हैगी आ ये खालसे का जफरनामा आ। जफरनामा वो पत्तर आ जिहड़ा गुरु गोबिंद सिंह पातशाह ने औरंगजेब नूं लिखिया सी जदों गुरु पातशाह दे 4 साहिबजादे शहीद हो जाते हैं। उन्हां दा परिवार जिहड़ा आ पूरी तरह विछड़ जाता आ, आनंदपुर साहिब छड्डिया जाता आ। वो सारी दास्तान तो बाद गुरु पातशाह ने जित का जिहड़ा पत्तर सी, जित की एक नवीं परिभाषा गुरु गोबिंद सिंह पातशाह ने अपने उस पत्तर दे विच दित्ती। ते डॉक्टर तारण सिंह लिखते हैं कि जिहड़ा ये अरदास आ ये खालसे का जफरनामा है, सरबत खालसा दा फतेहनामा है, क्योंकि इस दे विच खालसे की जित आ। ते जित कमाई किस तरह उन्होंने, कहते जिहदा एक एक अखर जिहड़ा इस जफरनामे का ना वो पहला जिया गया आ। असी जो पढ़ते हैं जिन्ना सिंगा सिंगणियां धर्म हेत सीस दिते बंद बंद कटवाए, वो दृश्य साडियां अखां सामने आ जाता जिन्ना ते असी अज माण महसूस करते हैं। तो जदों वो सिंह सिंगणियां वो भी अरदास करते सी गुरु पातशाह अगे, तो उन्हां दी अरदास किस तरह की हुंदी सी कि गुरु पातशाह अज साडी जान भी बेशक चली जाए पर साडा सिੱਖੀ सिदक ना टुटे, साडी सिੱਖੀ केसा स्वासा संग निभे। ये उन्हां दी अरदासां ने कि मरण नूं ते कबूल कर लिया पर सिੱਖੀ सिदक ना टुटे। इस करके खालसे का जफरनामा आ ते इस ते एक एक अखर नूं उन्हां ने जिया पहला सदियां तक जी के फिर ये अरदास के जिहड़े बोल ने साडे पंथ की पंथक अरदास का हिस्सा बनते हैं। प्रोफैसर पूरन सिंह ने एक गल लिखी सी श्री हरमंदर साहिब के बारे, कहते जदों कदे भी तुसी श्री हरमंदर साहिब जाओ तो उत्थे जिहड़े अपने पैर ने कदम ने बड़े सोच समझ के पुट्टिया करो, बड़े सुचेत हो जाया करो। सानू ये नहीं पता कि इसकी एक एक इंच थां दे उत्ते किन्ने किन्ने शहीदां सिंघां सिंगड़ियां दे सिर चिणे होए ने। ये खालसे की दास्तां है जी, ते खालसे का जफरनामा हैगा आ जिहड़ा उन्होंने एक लंबी घालना तो बाद ये पंथक अरदास के रूप के तैयार किया। एक सरबत खालसा का लहू भी कहा गया है कि छोटे छोटे बच्चे अपने गलों दे विच पवाने, उन्हां मावां ने हार बना के, कोई ये छोटी जी गल नहीं हैगी। ते अगे जाके जदों असी अरदास दे बोल पढ़ते हैं कि हे अपने पंथ दे सदा सहाय दतार जीओ श्री ननकाना साहिब ते होर गुरुद्वारे गुरधामां जिन्हां तो पंथ नूं विछोड़िया गया है। कहण तो भाव कि जिहड़ी सिख अरदास आ ये किसी समय की हदबंदी दे विच नहीं हैगी कि जदों 47 का बंटवारा वापरिया, बहुत वड्डा दुखांत वापरिया, सिखां दा जिहड़ा देश सी खास करके पंजाब उहदे विचों एक लीक खिंच दित्ती गई, तो इस तो बाद बहुत जानां भी गईयां, लखां की गिनती दे विच लोकां दी कतलो-गारत होई, बहुत कुछ विछड़िया सिखां दे कोलों उस समय दे विच। बड़ियां लाइब्रेरियां खत्म हो गईयां जिन्हां बारे असीं कदी सोचिया भी नहीं होना, बड़ा साडा साहित्य खत्म हो गया, बड़ा अग लग गई, बड़ियां पब्लिकेशनस हुंदियां सी, कारोबार खत्म होए, लोकां दीयां जमीन जायदादां खत्म होईयां। ते सब तो वड्डी जिहड़ी गल सी कि वो गुरुद्वारे गुरधाम जिन्हां तो सिੱਖੀ का बीज पूंग रहा सी ननकाना साहिब, जदों असीं याद करते हैं ना श्री ननकाना साहिब ते होर गुरुद्वारे गुरधामां दे दर्शन दीदार ते सेवा संभालदा, ये सारा कुछ 47 तो बाद साडी पंथक अरदास दे विच दर्ज किया जाता आ। ते कहण तो भाव इह हैगा कि ये अरदास किसी समय की हदबंदी दे विच बज्जी हुई नहीं हैगी। रब ना करे जदों कदी सुखाला समा फिर आए जां कोई औखी विपता आ जाए तो सिखां को सरबत खालसे कोलों एक मर्यादा के तहत इस दे विच
कोई चीज़ अपनी दर्ज करन दा जिहड़ा हक आ वो हैगा आ। फिर लास्ट दे उत्ते असीं पढ़दे आ, नानक नाम चढ़दी कला तेरे भाणे सरबत दा भला। ਜਿਹੜਾ ਨਾਨਕ ਛਾਪ ਆ ਜੀ, ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਸਾਹਿਬਾਨ ਤੋਂ ਬਿਨਾਂ ਕੋਈ ਵਰਤ ਨਹੀਂ ਸਕਦਾ, ਜੋ ਸਿੱਖ ਸਿਧਾਂਤ ਸਿੱਖ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਹੈਗਾ। ਪਰ ਇੱਥੇ ਗੁਰ ਖਾਲਸਾ ਪੰਥ ਨੇ ਨਾਨਕ ਸ਼ਬਦ ਦੀ ਵਰਤੋਂ ਕੀਤੀ ਹੈ, ਇਸ ਕਰਕੇ ਅਰਦਾਸ ਨੂੰ ਇਹ ਸਮੁੱਚੇ ਖਾਲਸਾ ਪੰਥ ਦੀ ਬਾਣੀ ਵੀ ਕਿਹਾ ਗਿਆ, ਨਾਨਕ ਨਾਮ ਚੜ੍ਹਦੀ ਕਲਾ। ਇਹ ਖਾਲਸਾ ਪੰਥ ਦੀ ਬਾਣੀ ਇਸ ਕਰਕੇ ਕਿਹਾ ਗਿਆ ਕਿਉਂਕਿ ਇਸ ਦੇ ਵਿੱਚ ਗੁਰ ਖਾਲਸਾ ਪੰਥ ਨੇ ਨਾਨਕ ਨਾਮ ਦੀ ਵਰਤੋਂ ਕੀਤੀ ਹੈਗੀ ਆ, ਜਿਹੜਾ ਇੱਕ ਆਮ ਇਨਸਾਨ ਜੋ ਵੀ ਆ ਗੁਰੂ ਪਾਤਸ਼ਾਹ ਦੇ ਵੇਲੇ ਇਹ ਸਿਰਫ ਗੁਰੂ ਸਾਹਿਬਾਨ ਹੀ ਵਰਤ ਸਕਦੇ ਸਨ। ਹੁਣ ਅੰਤ ਦੇ ਵਿੱਚ ਜੋ ਬੇਨਤੀ ਹੈਗੀ ਆ ਕਿ ਸਾਡਾ ਪਰਮਾਤਮਾ ਤੇ ਵਾਹਿਗੁਰੂ ਦੇ ਉੱਤੇ, ਗੁਰੂ ਸਾਹਿਬਾਨ ਦੇ ਉੱਤੇ ਇਹ ਵਿਸ਼ਵਾਸ ਹੋਣਾ ਚਾਹੀਦਾ ਆ, ਜੋ ਮੰਗੋ ਸੋਈ ਸੋਈ ਪਾਵੂੰ ਆਪਣੇ ਖਸਮ ਭਰੋਸਾ। ਭਰੋਸੇ ਦੀ ਗੱਲ ਹੈਗੀ ਆ, ਜੇ ਭਰੋਸਾ ਖਤਮ ਹੋ ਜੇ ਤੇ ਫਿਰ ਸਭ ਕੁਝ ਖਤਮ ਹੋ ਜਾਂਦਾ। ਇੱਕ ਆਪਣੀ ਜੀਵਨ ਦੀ ਛੋਟੀ ਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਫਤਿਹ ਬੁਲਾਵਾਂਗੇ ਜੀ। ਸਿੰਗਾਪੁਰ ਆਉਣ ਤੋਂ ਪਹਿਲਾਂ ਦਾਸ ਦੀ ਸੇਵਾ ਹੁੰਦੀ ਸੀ ਸ਼੍ਰੀ ਹਰਿਮੰਦਰ ਸਾਹਿਬ, ਉੱਥੇ ਸਿੱਖ ਇਤਿਹਾਸ ਰਿਸਰਚ ਬੋਰਡ ਆ। ਇੱਕ ਦਫਾ ਉੱਥੇ ਇੱਕ ਇਨਫੋਰਮੇਸ਼ਨ ਆਫਿਸ ਹੈਗਾ, ਉਹਦੇ ਵਿੱਚ ਕਿਸੇ ਦਾ ਮੈਂ ਇੰਤਜ਼ਾਰ ਕਰ ਰਿਹਾ ਸੀ ਤੇ ਬੈਠ ਕੇ ਮੈਂ ਲਾਗੇ ਅਖਬਾਰ ਪੜ੍ਹਨੀ ਸ਼ੁਰੂ ਕਰਤੀ, ਕਿਉਂਕਿ ਜਿੰਨਾ ਆਉਣਾ ਸੀ ਉਹ ਥੋੜ੍ਹੇ ਲੇਟ ਹੋ ਗਏ। ਇੰਨੇ ਨੂੰ ਇੱਕ ਬਜ਼ੁਰਗ ਆਏ ਉੱਥੇ, ਤੇ ਜਿਹੜਾ ਇਨਫੋਰਮੇਸ਼ਨ ਆਫਿਸਰ ਹੈਗਾ ਉਹਦੇ ਨਾਲ ਉਹਨਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ। ਗੱਲਾਂ ਕਰਦਿਆਂ ਕਰਦਿਆਂ ਕਹਿੰਦੇ, ਬੇਟੇ ਮੈਨੂੰ ਆਪਣੀ ਜਵਾਨੀ ਦੇ ਅੱਜ ਵੀ ਉਹ ਦਿਨ ਯਾਦ ਨੇ ਕਿ ਜਦੋਂ ਮੇਰਾ ਜਿਹੜਾ ਵਪਾਰ ਸੀ, ਬਿਜ਼ਨਸ ਸੀ, ਦਿਨ ਬ ਦਿਨ ਉਹ ਘਟਦਾ ਜਾ ਰਿਹਾ ਸੀ, ਕਰਜ਼ਾ ਵੱਧਦਾ ਜਾ ਰਿਹਾ ਸੀ ਤੇ ਬੜਾ ਮਾੜਾ ਸਮਾਂ ਜ਼ਿੰਦਗੀ ਦਾ ਚੱਲ ਰਿਹਾ ਸੀ। ਮੈਂ ਰੋਜ਼ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਉੱਤੇ ਆ ਕੇ ਅਰਦਾਸ ਕਰਨੀ, ਪਰ ਮੇਰੀ ਅਰਦਾਸ ਜਿਹੜੀ ਸੀ ਨਾ ਉਹ ਕਬੂਲ ਨਹੀਂ ਸੀ ਹੋ ਰਹੀ। ਕਹਿੰਦੇ ਮੈਂ ਟੁੱਟ ਚੁੱਕਾ ਸੀ ਪੂਰਾ, ਤੇ ਮੇਰੇ ਇੱਕ ਦੋਸਤ ਨੇ ਮੈਨੂੰ ਕਿਹਾ ਕਿ ਤੂੰ ਨਾ ਜਾ ਕੇ ਜਵਾਲਾ ਜੀ ਅਰਦਾਸ ਕਰ, ਉੱਥੇ ਕੀਤੀ ਅਰਦਾਸ ਜਿਹੜੀ ਆ ਬੜੀ ਜਲਦੀ ਕਬੂਲ ਹੁੰਦੀ ਆ। ਕਹਿੰਦੇ ਮੈਂ ਆਪਣੀ ਵਾਈਫ ਨਾਲ ਜਾ ਕੇ ਇਹ ਗੱਲ ਸ਼ੇਅਰ ਕੀਤੀ ਤੇ ਮੇਰੀ ਵਾਈਫ ਕਹਿੰਦੀ ਫਿਰ ਕੀ ਆ ਜੀ, ਆਪਾਂ ਉੱਥੇ ਚੱਲ ਪੈਂਦੇ ਆ। ਤੇ ਜਵਾਲਾ ਜੀ ਉਹ ਸਥਾਨ ਆ ਜਿੱਥੇ ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆਉਣ ਤੋਂ ਪਹਿਲਾਂ ਦੇਵੀ ਦੇ ਦਰਸ਼ਨ ਕਰਨ ਜਾਇਆ ਕਰਦੇ ਸਨ। ਕਹਿੰਦੇ ਅਸੀਂ ਅਗਲੇ ਦਿਨ ਆਪਣਾ ਸਫ਼ਰ ਸ਼ੁਰੂ ਕਰਤਾ। ਹਿਮਾਚਲ ਪ੍ਰਦੇਸ਼ ਦੇ ਵਿੱਚ ਜਗ੍ਹਾ ਹੈਗੀ ਆ ਜੀ ਧਰਮਸ਼ਾਲਾ ਦੇ ਕੋਲ। ਕਹਿੰਦੇ ਸ਼ਾਮ ਤੱਕ ਅਸੀਂ ਧਰਮਸ਼ਾਲਾ ਪਹੁੰਚ ਗਏ ਤੇ ਉੱਥੇ ਜਾ ਕੇ ਫਿਰ ਅਸੀਂ ਇੱਕ ਹੋਟਲ ਦੇ ਵਿੱਚ ਸਟੇ ਕਰ ਲਿਆ। ਅਗਲੇ ਦਿਨ ਅਸੀਂ ਫਿਰ ਜਿਹੜੀ ਆਪਣੀ ਯਾਤਰਾ ਸ਼ੁਰੂ ਕੀਤੀ ਤੇ ਮੇਰੀ ਪਤਨੀ ਨੇ ਜਦੋਂ ਅਗਲੇ ਦਿਨ ਅਸੀਂ ਜਾ ਰਹੇ ਸੀ, ਉਹ ਕਹਿੰਦੇ ਕਿ ਸ਼ਾਇਦ ਆਪਾਂ ਨਾ ਗਲਤ ਰਸਤੇ ਪੈ ਗਏ। ਇਹ ਸਾਈਨ ਬੋਰਡ ਸ਼ੋਅ ਕਰ ਰਿਹਾ ਕਿ ਇਹ ਰਸਤਾ ਜਿਹੜਾ ਹੈਗਾ ਇਹ ਅੰਮ੍ਰਿਤਸਰ ਵੱਲ ਵਾਪਸ ਜਾ ਰਿਹਾ। ਉਹ ਕਹਿੰਦੇ ਨਹੀਂ, ਅਸੀਂ ਗਲਤ ਰਸਤੇ ਨਹੀਂ ਪੈ ਗਏ, ਅਸੀਂ ਸਹੀ ਰਸਤੇ ਪਏ ਆ, ਅਸੀਂ ਵਾਪਸ ਅੰਮ੍ਰਿਤਸਰ ਸਾਹਿਬ ਜਾ ਰਹੇ ਹਾਂ। ਤੇ ਕਹਿੰਦੇ ਮੇਰੀ ਪਤਨੀ ਨੇ ਪੁੱਛਿਆ, ਅਸੀਂ ਤੇ ਅੱਗੇ ਜਵਾਲਾ ਜੀ ਦੇ ਅਰਦਾਸ ਕਰਨ ਜਾਣਾ ਸੀ, ਹੁਣ ਕੀ ਗੱਲ ਹੋਈ? ਕਹਿੰਦੇ ਨਹੀਂ ਹਨੀ, ਅਸੀਂ ਫਿਰ ਵਾਪਸ ਅੰਮ੍ਰਿਤਸਰ ਜਾ ਕੇ ਉੱਥੇ ਅਰਦਾਸ ਕਰਾਂਗੇ। ਉਹ ਕਹਿੰਦੀ ਨਹੀਂ ਗੱਲ ਕੀ, ਗੱਲ ਤੇ ਦੱਸੋ। ਕਹਿੰਦੇ ਜੇ ਇੱਕ ਮੈਨੂੰ ਗੱਲ ਦੱਸੋ ਕਿ ਜੇ ਸਾਡੀ ਅਰਦਾਸ ਪੂਰੀ ਹੋ ਗਈ ਤੇ ਫਿਰ ਕੀ ਹੋਊਗਾ? ਕਹਿੰਦੀ ਹੋਣਾ ਕੀ ਆ, ਸਾਡੇ ਚੰਗੇ ਦਿਨ ਫਿਰ ਸ਼ੁਰੂ ਹੋ ਜਾਣਗੇ, ਵਪਾਰ ਸਾਡਾ ਚੰਗਾ ਹੋ ਜਾਊਗਾ, ਜਿਸ ਤਰ੍ਹਾਂ ਪਹਿਲਾਂ ਲਹਿਰਾਂ ਬਹਿਰਾਂ ਸਨ ਉਸ ਤਰ੍ਹਾਂ ਸਾਰਾ ਕੁਝ ਫਿਰ ਚੱਲਣ ਲੱਗ ਪਏਗਾ। ਕਹਿੰਦੇ ਪਰ ਇਸ ਸਭ ਦੇ ਵਿੱਚ ਸਾਡਾ ਗਵਾਚੇਗਾ ਕੀ, ਸਾਡਾ ਟੁੱਟੇਗਾ ਕੀ? ਕਹਿੰਦੇ ਮੈਨੂੰ ਤੇ ਕੋਈ ਟੁੱਟਣ ਵਾਲੀ ਗੱਲ ਨਹੀਂ ਆ ਰਹੀ। ਕਹਿੰਦੇ ਸਾਡਾ ਟੁੱਟੇਗਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਭਰੋਸਾ। ਉਸ ਦਰ ਤੇ ਉੱਤੋਂ ਹਮੇਸ਼ਾ ਲਈ ਸਾਡਾ ਭਰੋਸਾ ਟੁੱਟ ਜਾਏਗਾ ਤੇ ਇਸ ਜਗ੍ਹਾ ਦੇ ਨਾਲ ਵੱਜ ਜਾਏਗਾ। ਉਹ ਦਰ ਮੈਂ ਕਦੇ ਵੀ ਕਿਸੇ ਕੀਮਤ ਤੇ ਨਹੀਂ ਛੱਡ ਸਕਦਾ। ਇਸ ਲਈ ਅਸੀਂ ਦੁਬਾਰਾ ਵਾਪਸ ਜਾ ਕੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਉੱਤੇ ਅਰਦਾਸ ਕਰਨੀ ਹੈ। ਕਹਿੰਦੇ ਫਿਰ ਮੈਂ ਦੁਬਾਰਾ ਆ ਕੇ ਅਰਦਾਸ ਕੀਤੀ, ਖਿਮਾ ਮੰਗੀ। 1 ਮਹੀਨੇ ਦੇ ਬਾਅਦ ਕਹਿੰਦੇ ਸਤਿਗੁਰ ਨੇ ਇਹੋ ਜਿਹੀ ਬਖਸ਼ਿਸ਼ ਕੀਤੀ ਕਿ ਅੱਜ ਤੱਕ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਪਿਆ। ਭਰੋਸਾ ਕਦੇ ਵੀ ਗੁਰੂ ਤੋਂ ਡੋਲਣਾ ਨਹੀਂ ਚਾਹੀਦਾ। ਹਾਲਾਤ ਜੀਵਨ ਦੇ ਵਿੱਚ ਵੱਧ ਘੱਟ ਹੁੰਦੇ ਰਹਿੰਦੇ ਸਾਧ ਸੰਗਤ ਜੀ। ਸੋ ਹੁਣ ਜਿਹੜੀਆਂ ਅਗਲੀਆਂ ਵਿਚਾਰਾਂ ਹੋਣਗੀਆਂ ਪੰਥਕ ਅਰਦਾਸ ਬਾਰੇ, ਉਸ ਦੇ 10 ਜਿਹੜੇ ਲੈਕਚਰ ਹੋਣਗੇ ਉਹਨਾਂ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਸਾਰਿਆਂ ਨੂੰ ਬੇਨਤੀ ਆ। ਅੱਜ ਦੀਆਂ ਵਿਚਾਰਾਂ ਕਰਦੀਆਂ ਹੋਈਆਂ ਭੁੱਲਾਂ ਚੁੱਕਾਂ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।